बहुत ही सत्कारयोग हाजरीन, आओ सब तो पहला गुरुदेव पातशाह की बख्शिश पवित्र फतेह बुलंद करिए। प्यार सहित आखना जी वाहिगुरू जी का खालसा वाहिगुरू जी की फतेह। कल जिस तरह के नाल मैं विचार साझे किए सी कि जदों असी न्यू वर्ल्ड ऑर्डर की गल करते हैं ਜਾਂ ਵੱਖ-ਵੱਖ ਕਿਤਾਬਾਂ ਦੇ ਵਿੱਚ ਜਿਓਪੋਲਿਟਿਕਸ ਦੀ ਗੱਲ ਆਉਂਦੀ ਆ ਤਾਂ ਉਹਦੇ ਵਿੱਚ ਦੋ ਨਾਮ ਬੜੇ ਅਹਿਮ ਆ ਜਾਂਦੇ ਨੇ। ਬੇਸ਼ੱਕ ਕਿ ਹੋਰ ਵੀ ਬਹੁਤ ਸਾਰੇ ਦੁਨੀਆ ਦੇ ਜਿਹੜੇ ਵੱਡੇ ਧਨਾੜ ਨੇ, ਜਿਹੜੇ ਵੱਡੇ ਬੈਂਕਰਸ ਨੇ, ਚਾਹੇ ਉਹ ਰੌਕਫੈਲਰਸ ਨੇ, ਉਹਨਾਂ ਦਾ ਨਾਮ ਵੀ ਆਉਂਦਾ ਹੈ ਜਾਂ ਹੋਰਾਂ ਦਾ ਵੀ ਆਉਂਦਾ ਹੈ। ਪਰ ਦੋ ਨਾਂ ਜਿਹੜੇ ਅਕਸਰ ਸਾਡੇ ਸਾਹਮਣੇ ਆਉਂਦੇ ਸੀ, ਇੱਕ ਤੇ ਸੀ ਇਲੂਮੀਨਾਟੀ ਔਰ ਦੂਸਰਾ ਸੀ ਹਾਊਸ ਆਫ ਰੌਥਚਾਈਲਡ। ਸੋ ਜਦੋਂ ਕੱਲ ਇਲੂਮੀਨਾਟੀ ਦੇ ਬਾਰੇ ਗੱਲ ਕੀਤੀ ਤੇ ਗੱਲ ਚੱਲਦਿਆਂ ਹੀ ਇੱਥੋਂ ਤੱਕ ਗਈ ਕਿ ਬਹੁਤ ਸਾਰੇ ਨਵੇਂ ਖੋਜਕਰਤਾ ਜਿਨ੍ਹਾਂ ਦੇ ਵਿੱਚੋਂ ਕਿੰਗ ਐਮ ਸ਼ੀਅਰਸਨ ਨੇ, ਜਿਨ੍ਹਾਂ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਡਾਕਟਰ ਦਲਜੀਤ ਸਿੰਘ ਹੁਣਾਂ ਨੇ ਵੀ ਕੀਤਾ ਸੀ, ਉਹਨਾਂ ਦੇ ਮੁਤਾਬਕ ਜਿਹੜਾ ਫਰਾਂਸ ਦਾ ਇਨਕਲਾਬ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੋਹਾਂ ਦੀ ਭੂਮਿਕਾ ਹੈ। ਜਦੋਂ ਤੁਸੀਂ ਉਸ ਕਿਤਾਬ ਨੂੰ ਪੜ੍ਹੋਗੇ, ਕਿਉਂਕਿ ਅਕਸਰ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਇਤਿਹਾਸ ਦੇ ਵਿੱਚ ਵਾਪਰੇ ਹੋਏ ਵਰਤਾਰੇ ਹੁੰਦੇ ਨੇ ਉਹਨਾਂ ਦੇ ਪ੍ਰਤੀ ਜਿਹੜੀ ਸਾਡੀ ਪਹੁੰਚ ਹੁੰਦੀ ਹੈ ਉਹ ਵੱਖ-ਵੱਖ ਸਰੋਤਾਂ 'ਚੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਈ ਵਾਰ ਬਦਲਦੀ ਰਹਿੰਦੀ ਹੈ। ਸੋ ਬੇਸ਼ੱਕ ਜਦੋਂ ਅਸੀਂ ਫਰਾਂਸੀਸੀ ਇਨਕਲਾਬ ਦੀ ਗੱਲ ਕਰਦੇ ਹਾਂ, ਫਰਾਂਸ ਦੀ ਕ੍ਰਾਂਤੀ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹੀ ਪੜ੍ਹਾਇਆ ਜਾਂਦਾ ਹੈ ਕਿ ਇਹ ਉਸ ਵੇਲੇ ਸਾਮੰਤਵਾਦ ਜਿਹੜਾ ਪੁਜਾਰੀਵਾਦ ਸੀ ਤੇ ਉਹਦੇ ਨਾਲ ਜਿਹੜਾ ਪੂੰਜੀਵਾਦ ਸੀ, ਜਿਹੜਾ ਰਜਵਾੜੇ ਸ਼ਾਹੀ ਸੀ, ਇਹਨਾਂ ਦੋਹਾਂ ਤੋਂ ਲੋਕ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਸੀ ਕਿ ਉਹਨਾਂ ਨੇ ਬਗਾਵਤ ਦਾ ਜਾਂ ਹਥਿਆਰਬੰਦ ਜਿਹੜਾ ਸੰਘਰਸ਼ ਦਾ ਰਾਹ ਚੁਣਿਆ। ਪਰ ਇਹਦੇ ਵਿੱਚ ਇੱਕ ਹੋਰ ਪੱਖ ਵੀ ਬੜਾ ਅਹਿਮ ਹੈ ਜਿਹੜਾ ਇਸ ਕਿਤਾਬ ਦੇ ਵਿੱਚੋਂ ਨਿਕਲਦਾ ਹੈ ਕਿ ਇਹਦੇ ਵਿੱਚ ਜਿਹੜੇ ਇਲੂਮੀਨਾਟੀ ਨੇ ਤੇ ਰੌਥਚਾਈਲਡ ਘਰਾਣਾ ਜਿਹੜਾ ਉਹ ਭੂਮਿਕਾ ਕਿਵੇਂ ਨਿਭਾ ਰਿਹਾ ਹੈ। ਔਰ ਸਭ ਤੋਂ ਵੱਡੀ ਗੱਲ, ਜੇ ਤੁਸੀਂ ਇਹਦੇ ਨਤੀਜੇ ਵੇਖੋ, ਨਤੀਜੇ ਤਾਂ ਫਰਾਂਸ ਦੀ ਉਸ ਕ੍ਰਾਂਤੀ ਤੋਂ ਬਾਅਦ ਜਿਹੜੇ ਜੈਕੋਬਿਨਸ ਨੇ ਉਹਨਾਂ ਦਾ ਰਾਜਗੱਦੀ ਦੇ ਉੱਪਰ ਆਉਣਾ, ਉਹਦੇ ਤੋਂ ਬਾਅਦ ਫਰੈਂਚ ਡਾਇਰੈਕਟਰੀ ਬਣਨੀ, ਉਹਦੇ ਤੋਂ ਬਾਅਦ ਨਪੋਲੀਅਨ ਦਾ ਜਿਹੜਾ ਵਾ ਉਹ ਬੇਸਿਕਲੀ ਜਿਹੜੀ ਫਸਟ ਕਾਉਂਸਲ ਆ ਉਹਦਾ ਮੈਂਬਰ ਬਣ ਜਾਣਾ ਜਾਂ ਉਹਦਾ ਫਿਰ ਮੁਖੀ ਬਣ ਜਾਣਾ। ਉਹਦੇ ਤੋਂ ਬਾਅਦ ਨਪੋਲੀਅਨ ਦਾ ਵਾਟਰਲੂ ਦੇ ਮੈਦਾਨ ਦੇ ਵਿੱਚ ਹਾਰ ਜਾਣਾ। ਤੇ ਹਾਰ ਦਾ ਸਭ ਤੋਂ ਵੱਧ ਫਾਇਦਾ ਕਿੱਥੇ ਹੋਣਾ ਕਿ ਜਿਹੜਾ ਨੈਥਨ ਰੌਥਚਾਈਲਡ ਹੈ ਉਹਦੀ ਜਿਹੜੀ ਕਹਿ ਸਕਦੇ ਹੋ ਕਿ ਸੰਪਤੀ ਹੈ ਉਹਦੇ ਵਿੱਚ 20 ਗੁਣਾ ਵਾਧਾ ਜਿਹੜਾ ਉਹ ਹੋ ਜਾਂਦਾ ਹੈ। ਸੋ ਇਹ ਸਾਰੀ ਜਿਹੜੀ ਕਹਿ ਸਕਦੇ ਹਾਂ ਕਿ ਸਾਰਾ ਘਟਨਾਕ੍ਰਮ ਹੈ, ਇਹਨੂੰ ਬਹੁਤ ਹੀ ਧਿਆਨ ਦੇ ਨਾਲ ਵਾਚਣ ਦੀ ਲੋੜ ਹੈ। ਫਿਰ ਸਾਨੂੰ ਇਹ ਸਮਝ ਆਵੇਗੀ ਕਿ ਜਿਹੜੇ ਇਲੂਮੀਨਾਟੀ ਨੇ, ਜਿਹੜੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਯਹੂਦੀ ਐਡਮ ਵੈਸ਼ਪ ਨੇ ਜਿਹੜਾ ਸ਼ੁਰੂ ਕੀਤਾ ਸੀਗਾ, ਜਿਸ ਨੂੰ ਅਸੀਂ ਕਹਿ ਸਕਦੇ ਕਿ ਬਹੁਤ ਵੱਡਾ ਇੱਕ ਖੁਫੀਆ ਗਰੁੱਪ ਹੈ, ਉਹ ਰੌਥਚਾਈਲਡ ਦੇ ਨਾਲ ਰਲ ਕੇ ਕਿਵੇਂ ਚੱਲਦਾ ਹੈ। ਸੋ ਇਹਦੇ ਵਿੱਚ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਸਿਰਫ ਇੱਕ ਕੌਨਸਪੀਰੇਸੀ ਥਿਊਰੀਜ਼ ਨੇ, ਕਿ ਇਹ ਬਸ ਇੱਕ ਸਾਜ਼ਿਸ਼ ਦੀਆਂ ਜਾਂ ਕਹਾਣੀਆਂ ਜਿਹੀਆਂ ਬਣੀਆਂ ਹੋਈਆਂ ਨੇ, ਇਹਨਾਂ ਦੇ ਪਿੱਛੇ ਅਸਲੀਅਤ ਘੱਟ ਹੈ। ਪਰ ਫਿਰ ਵੀ ਜੋ ਕੁਛ ਕਿਤਾਬਾਂ ਦੇ ਵਿੱਚੋਂ ਲੱਭਦਾ ਹੈ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਤੇ ਨਾਲ ਤੁਹਾਨੂੰ ਹਰ ਵਾਰ ਇਹੀ ਬੇਨਤੀ ਕਰਦਾ ਹੈ ਕਿ ਵਿਖਿਆਨ ਦੇ ਦੌਰਾਨ ਜਾਂ ਵਿੱਚੋਂ ਕੋਈ ਤੱਥ ਤੁਹਾਨੂੰ ਲੱਗਦਾ ਹੈ ਕਿ ਇਹਦੇ ਉੱਪਰ ਕਿਸੇ ਹੋਰ ਕਿਤਾਬ ਦੇ ਵਿੱਚੋਂ ਵਧੀਆ ਰੌਸ਼ਨੀ ਪਾਈ ਜਾ ਸਕਦੀ ਹੈ ਤਾਂ ਉਹ ਜ਼ਰੂਰ ਸਾਂਝਾ ਕਰ ਦਿਆ ਕਰੋ। ਸੋ ਅਸੀਂ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ ਕਿ ਜਦੋਂ ਤਕਰੀਬਨ 1743 ਦੇ ਵਿੱਚ ਜਦੋਂ ਰੌਥਚਾਈਲਡ ਘਰਾਣੇ ਦਾ ਵਡੇਰਾ ਜਿਹੜਾ ਪਹਿਲਾਂ ਸੀਗਾ, ਜਿਸ ਦੇ ਨਾਮ ਦੇ ਨਾਲ ਆਉਂਦਾ ਹੈ ਮੋਸਿਸ ਬਾਇਰ, ਜਦੋਂ ਉਹਦਾ ਅੱਗੋਂ ਬੇਟਾ ਐਮੇਸ਼ਲ ਬਾਇਰ ਆਪਣੇ ਨਾਮ ਦੇ ਨਾਲ ਐਮੇਸ਼ਲ ਰੌਥਚਾਈਲਡ, ਜਿਹੜਾ ਮੈਂ ਕੱਲ ਵੀ ਦੱਸਿਆ ਸੀਗਾ ਕਿ ਰੈੱਡ ਸ਼ੀਲਡ ਲਾਲ ਢਾਲ ਤੋਂ ਉੱਪਰ ਬਣਿਆ ਨਾਮ, ਉਹ ਆਪਣੇ ਨਾਮ ਦੇ ਪਿੱਛੇ ਜੋੜ ਲੈਂਦਾ ਤੇ ਉਹ ਆਪਣੇ 5 ਪੁੱਤਰਾਂ ਨੂੰ ਜਿਹੜਾ ਕਹਿ ਸਕਦੇ ਹੋ ਕਿ ਵਪਾਰਕ ਗੁਣ ਦਿੰਦਾ ਹੈ, ਉਹ ਇਹ ਦਿੰਦਾ ਹੈ ਕਿ ਬਜਾਏ ਅਸੀਂ ਛੋਟੇ ਗ੍ਰਾਹਕਾਂ ਨੂੰ ਕਰਜ਼ਾ ਦਈਏ, ਅਸੀਂ ਵੱਡੇ ਲੋਕਾਂ ਨੂੰ ਕਰਜ਼ਾ, ਸਰਕਾਰਾਂ ਨੂੰ ਕਰਜ਼ਾ, ਜਾਂ ਦੋ ਧਿਰਾਂ ਜੇਕਰ ਆਪਸ 'ਚ ਲੜ ਰਹੀਆਂ ਨੇ ਤਾਂ ਅਸੀਂ ਉਹਨਾਂ ਨੂੰ ਕਰਜ਼ਾ ਦੇਣਾ ਸ਼ੁਰੂ ਕਰੀਏ। ਹੁਣ ਇਹਦੇ ਵਿੱਚ ਤੁਸੀਂ ਸੋਚੋ ਜੇ ਕਿ ਦੋ ਧਿਰਾਂ ਲੜ ਰਹੀਆਂ ਨੇ ਤਾਂ ਉਹਦੇ ਵਿੱਚ
ਉਹ ਕਹਿੰਦਾ ਹੈ ਕਿ ਜੇਕਰ ਕਿਤੇ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ, ਸਰਕਾਰ ਦਾ ਤਖਤਾ ਪਲਟ ਹੋ ਰਿਹਾ ਹੈ, ਤੇ ਜਿਹੜੀ ਧਿਰ ਤਖਤਾ ਪਲਟ ਕਰਨ ਦੀ ਸਮਰੱਥਾ ਰੱਖਦੀ ਹੈ ਉਹਦੇ ਉੱਪਰ ਪੈਸਾ ਲਗਾਉਣਾ ਚਾਹੀਦਾ ਹੈ ਕਿ ਜਦੋਂ ਉਹ ਜਿੱਤ ਜਾਵੇ ਉਹ ਟੈਕਸ ਦੇ ਰੂਪ ਦੇ ਵਿੱਚ ਦੂਣਾ ਪੈਸਾ ਸਾਨੂੰ ਵਾਪਸ ਕਰੇਗੀ। ਜਿਹੜੀ ਧਿਰ ਜੇਤੂ ਹੋਵੇਗੀ ਉਹ ਸਾਡਾ ਵੱਧ ਪੈਸਾ ਦੇਵੇਗੀ। ਜਿਹੜੀ ਹਾਰੀ ਹੋਈ ਧਿਰ ਆ ਤੇ ਤਕਰੀਬਨ ਉਹਦਾ ਜੋ ਕੁਝ ਹੁੰਦਾ ਉਹ ਪਹਿਲਾਂ ਹੀ ਜੇਤੂ ਧਿਰ ਦੇ ਕੋਲ ਆ ਜਾਂਦਾ ਹੈ। ਸੋ ਜੇਕਰ ਦੋਹਾਂ ਪੱਖਾਂ ਦੇ ਵਿੱਚ ਜੇਕਰ ਤੁਸੀਂ ਪੈਸਾ ਲਗਾਉਂਦੇ ਹੋ ਤੇ ਜਿਹੜਾ ਸਨਅਤਕਾਰ ਹੈ ਉਹ ਕਦੇ ਨਹੀਂ ਹਾਰਦਾ। ਉਹਨੇ ਹਥਿਆਰ ਵੀ ਤੁਹਾਡੇ ਪੈਸੇ ਦੇ ਨਾਲ ਹੀ ਖਰੀਦਣੇ ਨੇ ਜਿਹੜਾ ਲੜ ਰਿਹਾ। ਸੋ ਆ ਜਾ ਕੇ ਉਹ ਆਪਣੇ 5 ਬੱਚਿਆਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂ ਵੱਖ-ਵੱਖ ਦੁਨੀਆ ਦੇ ਖਿੱਤਿਆਂ ਦੇ ਵਿੱਚ ਉਹਦੀ ਇਲਾਕਾਈ ਵੰਡ ਕਰਦਾ। ਤੁਸੀਂ ਇਹਨਾਂ ਖੇਤਰਾਂ ਦੇ ਵਿੱਚ ਜਾ ਕੇ ਤੁਸੀਂ ਸਾਰੇ ਆਰਥਿਕ ਜਿਹੜੇ ਸਰੋਤ ਨੇ ਉਹਨਾਂ ਦੇ ਉੱਪਰ ਕਾਬਜ਼ ਹੋ ਜਾਣਾ। ਇਸੇ ਤਰ੍ਹਾਂ ਇੰਗਲੈਂਡ ਦਾ ਜਿਹੜਾ ਇਲਾਕਾ ਹੈ, ਮੈਨਚੈਸਟਰ, ਲੰਦਨ, ਇਹ ਸਾਰਾ ਇਲਾਕਾ ਜਿਹੜਾ ਇਹ ਨੈਥਨ ਰੌਥਚਾਈਲਡ ਦੇ ਕੋਲ ਚਲਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਫਰਾਂਸ ਹੈ ਉਹ ਉਹਦੇ ਬੇਟੇ ਜੈਕਬ ਰੌਥਚਾਈਲਡ ਨੂੰ ਦਿੱਤਾ ਜਾਂਦਾ ਹੈ। ਤੇ ਜਿਹੜਾ ਆਸਟਰੀਆ ਵਿਆਨਾ ਦੇ ਵਿੱਚ ਇਹ ਸਾਰਾ ਜਿਹੜਾ ਹੈ ਇਹ ਸੋਲੋਮਨ ਰੌਥਚਾਈਲਡ ਨੂੰ ਦਿੱਤਾ ਜਾਂਦਾ ਹੈ। ਸੋ ਮੈਂ ਤਿੰਨਾਂ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਅੱਜ ਸਾਰੇ ਪ੍ਰਕਰਣ ਦੇ ਵਿੱਚ ਤਕਰੀਬਨ ਇਹਨਾਂ ਤਿੰਨਾਂ ਦੀ ਗੱਲ ਹੀ ਸਾਂਝੀ ਹੋਣੀ ਹੈ। ਹੁਣ ਆ ਜਾਂਦੇ ਅਸੀਂ ਫਰਾਂਸ ਦੇ ਵਿੱਚ ਕਿ ਫਰਾਂਸ ਦੇ ਵਿੱਚ ਬਗਾਵਤ ਹੁੰਦੀ ਹੈ। ਬਗਾਵਤ ਦੇ ਜਿਹੜੇ ਹਾਲਾਤ ਪੈਦਾ ਕੀਤੇ ਜਾਂਦੇ ਨੇ ਉਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ ਕਿ ਉਹਦੇ ਵਿੱਚ ਇਲੂਮੀਨਾਟੀ ਦਾ ਹੱਥ ਜ਼ਰੂਰ ਹੈ। ਬਹੁਤ ਸਾਰੇ ਸਰੋਤ ਅੱਜ ਇਹ ਗੱਲ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਕਿ ਲੋਕਾਂ ਨੂੰ ਬਗਾਵਤ ਦੇ ਵਾਸਤੇ ਉਕਸਾਇਆ ਜਾਂਦਾ ਹੈ। ਤੇ ਜਿਹੜਾ ਜੈਕੋਬਿਨ ਕਲੱਬ ਹੈ ਉਹਦਾ ਜਿਹੜਾ ਮੋਢੀ ਸੀਗਾ ਉਹ ਰੌਬਸਪਾਇਰ ਸੀਗਾ। ਤੇ ਉਹ ਜਿਹੜਾ ਜੈਕੋਬਿਨ ਕਲੱਬ ਹੈ ਉਹਦੇ ਜਿਹੜੇ ਬਹੁਤ ਸਾਰੀਆਂ ਸ਼ਾਖਾਵਾਂ ਨੇ, ਉਹਨਾਂ ਦੇ ਲੱਖਾਂ ਮੈਂਬਰ ਨੇ, ਉਹ ਸਾਰੇ ਜਿਹੜੇ ਨੇ ਇੱਕ ਤਰ੍ਹਾਂ ਦੇ ਨਾਲ ਉਸ ਵੇਲੇ ਚਰਚ, ਖਾਸ ਕਰਕੇ ਜਿਹੜਾ ਕੈਥੋਲਿਕ ਚਰਚ ਸੀ ਤੇ ਉਹਦੇ ਜੋੜ ਦੇ ਨਾਲ ਜਿਹੜਾ ਚੱਲ ਰਿਹਾ ਕਿੰਗ ਲੂਈ 16ਵਾਂ ਸੀ, ਉਹਦੇ ਖਿਲਾਫ ਬਗਾਵਤ ਕਰਦੇ ਨੇ। ਸੋ ਇਹ ਜਿਹੜਾ ਰੌਬਸਪਾਇਰ ਹੈ ਇਹ ਜੇਕਰ ਤੁਸੀਂ ਪੜ੍ਹੋਗੇ ਵੱਖ-ਵੱਖ ਸਰੋਤਾਂ ਦੇ ਵਿੱਚ, ਇੱਥੋਂ ਤੱਕ ਕਿ ਇੰਟਰਨੈਟ ਦੇ ਉੱਪਰ ਵੀ ਜਿਹੜੀ ਜਾਣਕਾਰੀ ਤੁਹਾਨੂੰ ਮਿਲੇਗੀ ਉਹਦੇ ਮੁਤਾਬਕ ਵੀ ਇਹ ਕਹਿ ਸਕਦੇ ਕਿ ਇੱਕ ਬੜਾ ਖੁੰਖਾਰ ਟਾਈਪ ਵਿਅਕਤੀ ਹੈ। ਸੋ ਜਦੋਂ ਇਹ ਬਗਾਵਤ ਕਰਦਾ ਹੈ ਰਾਜੇ ਦੇ ਖਿਲਾਫ, ਤੇ ਇਹ ਜਿਹੜੀ ਬਗਾਵਤ ਹੈ ਇੱਕ ਬਹੁਤ ਵੱਡੀ ਖੂਨੀ ਬਗਾਵਤ ਹੈ ਜਿਹਦੇ ਵਿੱਚ 40,000 ਤੋਂ ਵੱਧ ਵਿਅਕਤੀਆਂ ਦਾ ਕਤਲ ਕੀਤਾ ਜਾਂਦਾ ਹੈ। ਔਰ ਇਹਦੇ ਵਿੱਚ ਜਿਹੜਾ ਰਾਜਾ ਹੈ ਉਹ ਵੀ ਮਾਰਿਆ ਜਾਂਦਾ ਹੈ, ਉਹਦੀ ਰਾਣੀ ਨੂੰ ਵੀ ਮਾਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਚਰਚਾਂ ਦੇ ਪਾਦਰੀ, ਬਹੁਤ ਸਾਰੇ ਧਾਰਮਿਕ ਵਿਅਕਤੀ, ਬਹੁਤ ਸਾਰੇ ਸਮੰਤਵਾਦ ਨਾਲ ਜੁੜੇ ਹੋਏ ਲੋਕ, ਬਹੁਤ ਸਾਰੇ ਕਹਿ ਸਕਦੇ ਹੋ ਕਿ ਇਹਨਾਂ ਖਾਸ ਰਾਜਨੀਤਿਕ ਤੇ ਧਾਰਮਿਕ ਅਦਾਰਿਆਂ ਦੇ ਜਿਹੜੇ ਵਿਅਕਤੀ ਨੇ ਉਹ ਗਿਲੋਟੀਨ ਦੇ ਨਾਲ ਲੋਕਾਂ ਦੇ ਸਾਹਮਣੇ ਸ਼ਰੇਆਮ ਉਹਨਾਂ ਦੀ ਬਿਹੈਡਿੰਗ ਕੀਤੀ ਜਾਂਦੀ ਹੈ। ਗਿਲੋਟੀਨ ਦੇ ਬਾਰੇ ਤੁਸੀਂ ਸਰਚ ਕਰੋਗੇ ਤੇ ਤੁਹਾਨੂੰ ਇੰਟਰਨੈਟ ਦੇ ਉੱਪਰ ਬਕਾਇਦਾ ਤੌਰ ਤੇ ਉਸ ਦਾ ਇੱਕ ਮਾਡਲ ਮਿਲ ਜਾਵੇਗਾ ਕਿ ਇੱਕ ਲੱਕੜੀ ਦੀ ਚੌਖਟਾ ਹੁੰਦਾ ਹੈ ਜਿਹਦੇ ਵਿੱਚ ਇੱਕ ਬਲੇਡ ਲੱਗਾ ਹੁੰਦਾ ਹੈ ਤੇ ਉਹਦੇ ਹੇਠ ਸਿਰ ਰੱਖ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ। ਖੈਰ ਉਹ ਇੱਕ ਵੱਖਰਾ ਵਿਸ਼ਾ ਹੈ, ਕਿਤੇ ਫਿਰ ਉਹਦੇ ਬਾਰੇ ਗੱਲ ਵੀ ਕਰਾਂਗੇ। ਖੁਰ ਬੜੇ ਨਿਰਦਈ ਤਰੀਕੇ ਦੇ ਨਾਲ ਇਹਨਾਂ ਦੇ ਕਤਲ ਕੀਤੇ ਜਾਂਦੇ ਨੇ। ਔਰ ਉਸ ਤੋਂ ਬਾਅਦ ਜਦੋਂ ਇਹ ਜਿਹੜੇ ਜੈਕੋਬਨ ਨੇ ਬਾਅਦ ਦੇ ਵਿੱਚ ਫਰਾਂਸ ਦੀ ਕਮਿਊਨਿਸਟ ਪਾਰਟੀ ਵੀ ਇਹੀ ਪੈਦਾ ਕਰਦੇ ਨੇ, ਖੱਬੇ ਪੱਖੀ ਵਿਚਾਰਧਾਰਾ ਦੇ ਲੋਕ ਨੇ, ਚਰਚ ਦੇ ਖਿਲਾਫ ਨੇ ਬਿਲਕੁਲ। ਪਰ ਉਹ ਚਰਚ ਦੇ ਖਿਲਾਫ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜੀ ਰਾਜ ਸੱਤਾ ਹੈ ਉਹਦੇ ਉੱਪਰ ਧਾਰਮਿਕ ਪ੍ਰਭੂ ਸੱਤਾ ਨਾ ਹੋਵੇ, ਪਰ ਉਹ ਫਸ ਚੁੱਕੇ ਨੇ ਆਰਥਿਕ ਪ੍ਰਭੂ ਸੱਤਾ ਦੇ ਵਿੱਚ। ਹੁਣ ਅੱਗੇ ਜਾ ਕੇ ਅਸੀਂ ਵੇਖਦੇ ਹਾਂ ਕਿ ਉਹੀ ਜਿਹੜੇ ਜੈਕੋਬਿਨਸ ਨੇ ਲੋਕ ਉਹਨਾਂ ਤੋਂ ਵੀ ਸੰਤੁਸ਼ਟ ਨਹੀਂ ਹੈ ਤੇ ਫਿਰ ਫਰਾਂਸ ਦਾ ਜਿਹੜਾ ਰਾਜ ਹੈ ਉਹ ਆ ਜਾਂਦਾ ਹੈ ਫ੍ਰੈਂਚ ਡਾਇਰੈਕਟਰੀ ਦੇ ਕੋਲ, ਜਿੱਥੇ ਉਹਨਾਂ ਦੇ ਵਿੱਚੋਂ ਨਿਕਲੇ ਜਿਹੜੇ 5-6 ਲੋਕ ਨੇ ਉਹ ਸਾਰੀ ਸੱਤਾ ਨੂੰ ਸੰਭਾਲਦੇ ਨੇ। ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇਹ ਸਾਰਾ ਘਟਨਾਕ੍ਰਮ ਹੁੰਦਾ ਹੈ, ਜਿਹੜੀ ਫਰਾਂਸ ਦੀ ਕ੍ਰਾਂਤੀ ਤੋਂ ਲੈ ਕੇ ਜਿਹੜਾ ਨੈਪੋਲੀਅਨ ਬੋਨਾਪਾਰਟ ਹੈ ਉਹ ਇੱਕ ਫੌਜੀ ਜਰਨੈਲ ਹੈ, ਪਰ ਉਹ ਇਨਕਲਾਬੀਆਂ ਦੇ ਹੱਕ ਦੇ ਵਿੱਚ ਹੈ, ਉਹ ਵਧੀਆ ਭੂਮਿਕਾ ਨਿਭਾਉਂਦਾ ਹੈ। ਔਰ ਖਾਸ ਕਰਕੇ ਜਿਹੜੀ ਫ੍ਰੈਂਚ ਡਾਇਰੈਕਟਰੀ ਹੈ ਇਹਦੇ ਮੈਂਬਰਾਂ ਨੂੰ ਬਚਾਉਣ ਦੇ ਵਾਸਤੇ ਵੀ ਇੱਕ ਜੰਗ ਦੇ ਵਿੱਚ ਉਹ ਬੜਾ ਅਗਾਂਹ ਵੱਧ ਕੇ ਲੜਦਾ ਹੈ। ਪਰ ਜਦੋਂ ਇਹ ਫ੍ਰੈਂਚ ਡਾਇਰੈਕਟਰੀ ਦੇ ਜਿਹੜੇ ਲੋਕ ਨੇ ਜਦੋਂ ਇਹ ਰਾਜ ਸੱਤਾ ਦੇ ਉੱਪਰ ਕਾਬਜ਼ ਹੁੰਦੇ ਨੇ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਜਿਹੜੇ ਜੈਕੋਬਨ ਸੀ ਜਿਨ੍ਹਾਂ ਸਾਡੇ ਤੋਂ ਪਹਿਲਾਂ ਬਗਾਵਤ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ, ਉਹਨਾਂ ਨੇ ਵੀ ਕੁਝ ਖਨਾਮੀਆਂ ਕੀਤੀਆਂ ਨੇ। ਤੇ ਉਹੀ ਰੌਬਸਪਾਇਰ ਜਿਹੜਾ ਕਦੀ ਜੈਕੋਬਨਸ ਦਾ ਮੁੱਖ ਬੰਦਾ ਸੀਗਾ, ਉਹਨੂੰ ਵੀ ਫਿਰ ਇਸੇ ਤਰ੍ਹਾਂ ਹੀ ਗਿਲੋਟੀਨ ਦੇ ਨਾਲ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ, ਉਹਦਾ ਵੀ ਸਿਰ ਧੜ ਤੋਂ ਵੱਖ ਕਰ ਦਿੱਤਾ ਜਾਂਦਾ। ਹੁਣ ਜਿਹੜਾ ਨੈਪੋਲੀਅਨ ਬੋਨਾਪਾਰਟ ਹੈ, ਹੁਣ ਜੇਕਰ ਅਸੀਂ ਉਹਦੇ ਉੱਪਰ ਸਾਰਾ ਆ ਜਾਂਦੇ ਹਾਂ ਤਾਂ ਜਿਹੜੇ ਫਰਾਂਸ ਦੇ ਅੰਦਰ ਦੇ ਹਾਲਾਤ ਨੇ ਉਹ ਹੌਲੀ ਹੌਲੀ ਜਿਹੜੇ ਨੇ ਉਹ ਬਹੁਤ ਵਿਗੜਦੇ ਜਾ ਰਹੇ ਨੇ।
ਔਰ ਉਹਦੇ ਵਿੱਚ ਇਹ ਜਿੰਨੇ ਵੀ ਉਕਸਾਉਣ ਵਾਲੇ, ਮੈਂ ਤੁਹਾਨੂੰ ਤੱਤ ਪਹਿਲਾਂ ਵੀ ਗੱਲ ਕੀਤੀ ਸੀ, ਜਿਨ੍ਹਾਂ ਦੇ ਵਿੱਚ ਇਲੂਮੀਨਾਟੀ ਵੀ ਆ ਜਾਂਦੇ ਨੇ, ਰੌਥਚਾਈਲਡ ਵੀ ਆਉਂਦੇ ਨੇ, ਉਹ ਹਾਲਾਤਾਂ ਨੂੰ ਇਸ ਤਰ੍ਹਾਂ ਦਾ ਪੈਦਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇੰਝ ਲੱਗਦਾ ਕਿ ਜਿਹੜੇ ਜੈਕੋਬਿਨਸ ਅਸੀਂ ਪੈਦਾ ਕੀਤੇ ਸੀ ਕਿ ਤਖਤਾ ਪਲਟ ਤੋਂ ਬਾਅਦ ਸਾਰੀ ਰਾਜ ਸੱਤਾ ਦੇ ਉਹ ਅਧਿਕਾਰੀ ਹੋਣਗੇ, ਉਹਨਾਂ ਦੇ ਕੋਲੋਂ ਜਿਹੜੀ ਰਾਜਸੀ ਸ਼ਕਤੀ ਹੈ ਉਹ ਖੁੱਸਦੀ ਜਾ ਰਹੀ ਹੈ। ਉਹਦੇ ਕਰਕੇ ਕਿਤੇ ਨਾ ਕਿਤੇ ਉਹ ਬਹੁਤ ਸਾਰਾ ਕਹਿ ਸਕਦੇ ਹੋ ਕਿ ਉੱਥੇ ਉਹ ਪੱਧਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਫਿਰ ਵੀ ਕਹਿ ਸਕਦੇ ਹੋ ਕਿ ਹਲਚਲ ਬਹੁਤ ਮਚਾ ਦਿੰਦੇ ਨੇ, ਪਰ ਤਖਤਾ ਪਲਟ ਦੀ ਜਿਹੜੀ ਆ ਕੋਸ਼ਿਸ਼ ਉਹਨਾਂ ਦੀ ਬਾਅਦ ਦੇ ਵਿੱਚ ਕਹਿ ਸਕਦੇ ਹੋ ਕਿ ਉਹ ਰਾਜ ਸੱਤਾ ਦੇ ਵਿੱਚ ਆ ਸਕਣ, ਉਹਦੇ ਵਿੱਚ ਉਹ ਕਾਬਜ਼ ਨਹੀਂ ਹੁੰਦੇ। ਸੋ ਜਿਸ ਵੇਲੇ ਨਪੋਲੀਅਨ ਬੋਨਾਪਾਰਟ ਇਟਲੀ ਨੂੰ ਫਤਿਹ ਕਰਦਾ ਉਦੋਂ ਇੱਕ ਫੌਜੀ ਜਰਨੈਲ ਦੇ ਰੂਪ ਦੇ ਵਿੱਚ ਹੈ, ਪਰ ਇਹਦੀ ਆ ਜਾ ਕੇ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ, ਫਰਾਂਸੀਸੀ ਕ੍ਰਾਂਤੀ ਦੇ ਵਿੱਚ ਚੰਗੀ ਭੂਮਿਕਾ ਨਿਭਾਉਣ ਕਰਕੇ ਇਹਦੀ ਸਰਕਾਰ ਦੇ ਵਿੱਚ ਇੱਕ ਅਹਿਮੀਅਤ ਹੈ, ਇੱਕ ਚੰਗੇ ਫੌਜੀ ਜਰਨੈਲ ਦੇ ਵਿੱਚੋਂ, ਇੱਕ ਚੰਗੇ ਨੇਤਾ ਦੇ ਰੂਪ ਦੇ ਵਿੱਚ। ਜਦੋਂ ਇਹ ਇਟਲੀ ਨੂੰ ਫਤਿਹ ਕਰਦਾ ਹੈ ਤੇ ਉੱਥੇ ਇਹ ਕੈਥੋਲਿਕ ਚਰਚ ਦੇ ਨਾਲ ਵੀ ਚੰਗੇ ਸੰਬੰਧ ਜਿਹੜੇ ਉਹ ਪੈਦਾ ਕਰਦਾ ਹੈ। ਹੁਣ ਇੱਕ ਗੱਲ ਇੱਥੇ ਹੋ ਰਿਹਾ ਕਿ ਇਹਨੂੰ ਇੱਥੋਂ ਤੱਕ ਕਿ ਜਿਹੜੀ ਫ੍ਰੈਂਚ ਡਾਇਰੈਕਟਰੀ ਹੈ, ਵੇਖੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਉਹ ਵੀ ਜੈਕੋਬਿਨਸ ਦੇ ਵਿੱਚੋਂ ਨਿਕਲੇ ਹੋਏ ਲੋਕ ਸੀ, ਉਹ ਵੀ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਪੋਪ ਦਾ ਤਖਤਾ ਪਲਟ ਕਰ ਦਿੱਤਾ ਜਾਵੇ, ਔਰ ਉਹਦੇ ਪਿੱਛੇ ਇਹੀ ਜਿਹੜੇ ਇਲੂਮੀਨੇਟੀ ਵਿਚਾਰਧਾਰਾ ਇਹੀ ਹੈ ਕਿ ਜਿਹੜਾ ਪੋਪ ਆ ਉਹਦੀ ਜਿਹੜੀ ਧਾਰਮਿਕ ਸੱਤਾ ਜਿਹੜੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਉਹਨੂੰ ਹਮੇਸ਼ਾ ਵਾਸਤੇ ਖਤਮ ਕਰ ਦਿੱਤਾ ਜਾਵੇ। ਪਰ ਨਪੋਲੀਅਨ ਇਹ ਨਹੀਂ ਕਰਦਾ, ਔਰ ਇਹਦੇ ਨਾ ਕਰਨ ਦੇ ਬਾਵਜੂਦ ਵੀ ਨਪੋਲੀਅਨ ਉਦੋਂ ਤੱਕ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਕਿ ਜਿਹੜੀ ਫ੍ਰੈਂਚ ਡਾਇਰੈਕਟਰੀ ਹੈ ਉਹਦੇ ਲੋਕ ਉਹਦੇ ਖਿਲਾਫ ਬਗਾਵਤ ਨਹੀਂ ਕਰ ਪਾਉਂਦੇ ਜਾਂ ਉਹਦਾ ਕੋਈ ਨੁਕਸਾਨ ਨਹੀਂ ਕਰ ਪਾਉਂਦੇ। ਪਰ ਇਹ ਜਿਹੜੇ ਰੌਥਚਾਈਲਡ ਤੇ ਇਲੂਮੀਨੇਟੀ ਨੇ, ਇਹਨਾਂ ਨੂੰ ਇਸ ਗੱਲ ਦਾ ਬੜਾ ਖਤਰਾ ਤੇ ਖਦਸ਼ਾ ਮਹਿਸੂਸ ਹੁੰਦਾ ਹੈ ਕਿ ਜੇਕਰ ਚਰਚ ਦੀ ਸੱਤਾ ਇਸੇ ਤਰ੍ਹਾਂ ਹੀ ਕਾਇਮ ਰਹੀ ਤਾਂ ਫਿਰ ਜਿਹੜਾ ਅਸੀਂ ਕੰਮ ਚਾਹੁੰਦੇ ਹਾਂ ਕਿ ਰਾਜ ਸੱਤਾ ਜਿਹੜੀ ਹੈ ਉਹ ਸਾਰੇ ਆਰਥਿਕ ਸਰੋਤਾਂ ਦੇ ਜਿਹੜੇ ਮਾਲਕੀਅਤ ਨੇ ਉਹਨਾਂ ਦੇ ਹੱਥਾਂ ਦੀ ਕਠਪੁਤਲੀ ਬਣੇ, ਤਾਂ ਉਹ ਨਹੀਂ ਬਣ ਸਕੇਗੀ। ਸੋ ਜਿਸ ਵੇਲੇ ਇਸ ਤੋਂ ਬਾਅਦ ਇਟਲੀ ਦੀ ਮੁਹਿੰਮ ਦੀ ਵਾਪਸੀ ਤੋਂ ਬਾਅਦ ਜਦੋਂ ਇਹ ਆ ਕੇ ਵੇਖਦਾ ਹੈ ਨਪੋਲੀਅਨ, ਉਸ ਤੋਂ ਬਾਅਦ ਉਹ ਮਿਸਰ ਜਾਂਦਾ ਹੈ। ਮਿਸਰ ਦੇ ਵਿੱਚ ਜਾ ਕੇ ਜਿਹੜੀ ਉਹਦੀ ਮਿਸਰ ਦੀ ਮੁਹਿੰਮ ਆ ਉਹਦੇ ਬਾਰੇ ਵੀ ਨਪੋਲੀਅਨ ਬੋਨਾਪਾਰਟ ਇੱਕ ਕਿਤਾਬ ਹੈ, ਪੜ੍ਹਨ ਵਾਲੀ ਹੈ ਕਿ ਉਹ ਕਿਸ ਤਰ੍ਹਾਂ ਦੇ ਨਾਲ ਉੱਥੋਂ ਦੇ ਸੱਭਿਆਚਾਰ ਨੂੰ ਵੇਖਦਾ ਹੈ, ਉਹਦਾ ਅਧਿਐਨ ਕਰਦਾ ਹੈ, ਉਹ ਪਿਰਾਮਿਡਾਂ ਨੂੰ ਵੇਖਦਾ ਹੈ, ਉਹ ਉੱਥੋਂ ਦੀ ਜਿਹੜੀ ਲਿਪੀ ਹੈ ਉਹਦੇ ਨਾਲ ਉਹ ਸਾਇੰਸਦਾਨ ਤੇ ਵਿਦਵਾਨ ਲੈ ਕੇ ਜਾਂਦਾ ਹੈ, ਉੱਥੋਂ ਦੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਬਾਰੇ ਉਹ ਸੋਚਦਾ ਹੈ। ਔਰ ਇਸੇ ਕਰਕੇ ਜਿਹੜਾ ਉਸ ਵੇਲੇ ਬੇਸ਼ੱਕ ਜਿਹੜਾ ਮਿਸਰ ਹੈ ਉਹ ਆਪਣੇ ਆਪ ਨੂੰ ਆਟੋਮਨ ਅੰਪਾਇਰ ਤੋਂ ਵੱਖਰਾ ਕਰ ਲੈਂਦਾ ਹੈ, ਪਰ ਜਿਹੜਾ ਅਲੀ ਮੁਹੰਮਦ ਉਹਨਾਂ ਦਾ ਜਿਹੜਾ ਆਗੂ ਹੁੰਦਾ ਹੈ ਉਹ ਬਕਾਇਦਾ ਤੌਰ ਤੇ ਨਪੋਲੀਅਨ ਦੀ ਸਿਫਤ ਵੀ ਕਰਦਾ ਹੈ। ਸੋ ਨਪੋਲੀਅਨ ਮਾਨਸਿਕ ਤੌਰ ਤੇ ਬੇਸ਼ੱਕ ਪਹਿਲਾਂ ਫਰਾਂਸ ਦੇ ਇਨਕਲਾਬ ਦੇ ਵਿੱਚ ਸ਼ਮੂਲੀਅਤ ਕਰਦਾ ਹੈ, ਪਰ ਹੁਣ ਉਹ ਇਹ ਗੱਲ ਸਮਝ ਚੁੱਕਾ ਹੈ ਕਿ ਜਿਹੜੀ ਧਰਮ ਦੀ ਸੱਤਾ ਹੈ ਇਹਦੇ ਵਿੱਚ ਜੇਕਰ ਥੋੜ੍ਹੀਆਂ ਬਹੁਤੀਆਂ ਖਨਾਮੀਆਂ ਆ ਜਾਣ, ਇਹਨਾਂ ਨੂੰ ਦੂਰ ਕਰਨਾ ਬਹੁਤ ਸੌਖਾ ਹੈ, ਪਰ ਜਦੋਂ ਆਰਥਿਕ ਅਜ਼ਾਰੇਦਾਰੀ ਕਾਬਜ਼ ਹੋ ਜਾਵੇਗੀ ਸਟੇਟ ਦੇ ਉੱਪਰ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਦੂਰ ਕਰਨਾ ਬਹੁਤ ਔਖਾ। ਭਾਵ ਕਿ ਕਾਰਪੋਰੇਟ ਘਰਾਣੇ ਜਦੋਂ ਕਾਬਜ਼ ਹੋ ਜਾਣਗੇ ਤਾਂ ਫਿਰ ਉਹਨਾਂ ਦੀ ਗੁਲਾਮੀ ਤੋਂ ਮੁਕਤ ਹੋਣਾ ਬਹੁਤ ਔਖਾ, ਜਿਸ ਤਰ੍ਹਾਂ ਦੇ ਕਿ ਨਾਲ ਹੁਣ ਸਾਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦਾ ਘਟਨਾਕ੍ਰਮ ਜਿਹੜਾ ਉਹ ਚੱਲ ਰਿਹਾ। ਸੋ ਉਸ ਤੋਂ ਬਾਅਦ ਜਦੋਂ ਨਪੋਲੀਅਨ ਵਾਪਸ ਆਉਂਦਾ ਹੈ ਤੇ ਆ ਕੇ ਵੇਖਦਾ ਹੈ ਕਿ ਕਾਫੀ ਹਾਲਾਤ ਜਿਹੜੇ ਨੇ ਉਹ ਗੜਬੜ ਵਾਲੇ ਸਾਰੇ ਫਰਾਂਸ ਦੇ ਜਿਹੜੇ ਨੇ ਉਹ ਬਣ ਚੁੱਕੇ ਨੇ, ਤੇ ਇਹਨਾਂ ਗੜਬੜ ਵਾਲੇ ਹਾਲਾਤਾਂ ਦੇ ਵਿੱਚ ਉਹ ਰਾਜ ਸੱਤਾ ਦੀ ਕਮਾਂਡ ਸੰਭਾਲਦਾ ਹੈ ਕਿ ਉਹਨੂੰ ਜਿਹੜੀ ਫਸਟ ਕੌਂਸਲ ਹੈ ਉਸ ਦਾ ਮੁਖੀ ਲੈ ਲਿਆ ਜਾਂਦਾ ਹੈ। ਕਹਿ ਸਕਦੇ ਹੋ ਕਿ ਉਹ ਇੱਕ ਤਰ੍ਹਾਂ ਦੇ ਨਾਲ ਸਾਰੀ ਰਾਜ ਸੱਤਾ ਦਾ ਮੁੱਖ ਅਧਿਕਾਰੀ ਜਿਹੜਾ ਉਹ ਬਣ ਜਾਂਦਾ ਹੈ, ਮੰਨ ਲਿਆ ਜਾਵੇ ਇਸ ਗੱਲ ਨੂੰ। ਔਰ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਕਿਤਾਬ ਤਕਰੀਬਨ ਆ ਜਾਂਦੀ ਹੈ, ਜਿਹੜੀ ਕਿਤਾਬ ਸਕਾਟਲੈਂਡ ਦੇ ਵਿੱਚ ਐਡਨਬਰੇ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਨੇ ਜਿਨ੍ਹਾਂ ਦਾ ਥੀਸਿਸ ਆ ਜਾਂਦਾ ਹੈ ਜੌਨ ਰੋਬਿਨਸਨ। ਉਸ ਥੀਸਿਸ ਦੇ ਵਿੱਚ ਉਹ ਇਹ ਗੱਲ ਲਿਖ ਦਿੰਦੇ ਨੇ ਕਿ ਜਿਹੜਾ ਫਰਾਂਸੀਸੀ ਇਨਕਲਾਬ ਹੈ ਇਹਦੇ ਵਿੱਚ ਕੁਝ ਐਸੀਆਂ ਸੁਸਾਇਟੀਆਂ ਤੇ ਐਸੀਆਂ ਗੁਪਤ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਦੀ ਸ਼ਮੂਲੀਅਤ ਹੈ ਕਿ ਜਿਹੜੀਆਂ ਸਾਰੇ ਇਸ ਯੂਰਪ ਦੇ ਉੱਪਰ ਆਰਥਿਕ ਅਜ਼ਾਰੇਦਾਰੀ ਨੂੰ ਕਾਇਮ ਕਰਨੀਆਂ ਚਾਹੁੰਦੀਆਂ ਨੇ। ਸੋ ਇਹ ਜਦੋਂ ਕਹਿ ਸਕਦੇ ਹੋ ਕਿ ਇਵੇਂ ਦੀਆਂ ਗੱਲਾਂ ਜਦੋਂ ਵਿਦਿਅਕ ਅਦਾਰਿਆਂ ਦੇ ਵਿੱਚ ਆ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਇਹ ਰਾਜਨੀਤਿਕ ਜਾਂ ਫਿਰ ਸੱਤਾ ਦੇ ਉੱਪਰ ਕਾਬਜ਼ ਲੋਕ ਹੁੰਦੇ ਨੇ ਉਹਨਾਂ ਤੱਕ ਵੀ ਜ਼ਰੂਰ ਪਹੁੰਚਦੀਆਂ ਨੇ। ਸੋ ਉਸ ਵੇਲੇ ਹੁਣ ਇਹ ਜਿਹੜਾ ਕਹਿ ਸਕਦੇ ਕਿ ਨਪੋਲੀਅਨ ਹੈ ਇਹ ਬਹੁਤ ਸਾਰੀਆਂ ਮੁਹਿੰਮਾਂ ਦੇ ਵਿੱਚ ਰੁੱਝਿਆ ਹੋਇਆ। ਸੋ ਅਸੀਂ ਸਾਰਾ ਤਾਂ ਨਹੀਂ ਉੱਤੇ ਕਰ ਸਕਦੇ, ਵੱਖ-ਵੱਖ ਥਾਵਾਂ ਦੇ ਉੱਪਰ ਉਹਨੂੰ ਇਲਾਕਿਆਂ ਦੇ ਵਿੱਚ ਲੜਨਾ ਪੈਂਦਾ, ਪਰ ਜਿਹੜੇ ਖਾਸ ਕਰਕੇ ਲੈਫਟਿਸਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੈਟਜੀ ਦੀ ਉਸ ਵੇਲੇ ਕਹਿ ਸਕਦੇ ਇੱਕ ਪੋਸਟਰ ਵੀ ਮੈਟਜੀ ਜਾਰੀ ਕਰਦਾ ਹੈ ਜਿਹੜਾ ਕਿ ਖੱਬੇ ਪੱਖੀ ਵਿਚਾਰਧਾਰਾ ਦਾ ਹੈ। ਉਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਜੂਲੀਅਸ ਸੀਜ਼ਰ ਨੂੰ
ਛੁਰੇ ਮਾਰ ਕੇ ਕਤਲ ਕੀਤਾ ਗਿਆ ਸੀ। ਇਸੇ ਤਰ੍ਹਾਂ ਦੇ ਨਾਲ ਨਪੋਲੀਅਨ ਨੂੰ ਵੀ ਜਿੰਨਾ ਚਿਰ ਖਤਮ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਸਾਡੀ ਵਿਚਾਰਧਾਰਾ ਜਿਹੜੀ ਆ ਉਹ ਪ੍ਰਵਾਹਿਤ ਨਹੀਂ ਹੁੰਦੀ, ਔਰ ਇਸੇ ਕਰਕੇ ਇੱਕ ਸਾਜ਼ਿਸ਼ ਵੀ ਬਣਾਈ ਜਾਂਦੀ ਹੈ, ਪਰ ਉਹ ਰਾਜ ਖੁੱਲਣ ਕਰਕੇ ਨਪੋਲੀਅਨ ਬਚ ਜਾਂਦਾ ਹੈ ਕਿ ਫਰਾਂਸ ਦੇ ਓਪੇਰਾ ਹਾਊਸ ਦੇ ਵਿੱਚ ਨਪੋਲੀਅਨ ਨੂੰ ਛੁਰੇ ਮਾਰ ਕੇ ਉਸਦਾ ਕਤਲ ਕੀਤਾ ਜਾਵੇ। ਇਸ ਤੋਂ ਬਾਅਦ ਉਹਦੇ ਇੱਕ ਆਪਣੇ ਪਰਿਵਾਰ ਦੇ ਨਾਲ ਬੱਗੀ ਦੇ ਉੱਪਰ ਜਾ ਰਿਹਾ ਹੁੰਦਾ ਤੇ ਉੱਥੇ ਬਲਾਸਟ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਉਹ ਤੇ ਉਹਦੀ ਵਾਈਫ ਜੋਜ਼ਫਿਨ ਉਹ ਤਾਂ ਬਚ ਜਾਂਦੇ ਨੇ, ਪਰ 12 ਵਿਅਕਤੀ ਜਿਹੜੇ ਹੋਰ ਨੇ ਉਹਨਾਂ ਦੇ ਚੀਥੜੇ ਉੱਡ ਜਾਂਦੇ ਨੇ, ਉਹਨਾਂ ਦਾ ਜਿਹੜਾ ਉਹ ਕਤਲ ਹੋ ਜਾਂਦਾ। ਸੋ ਇਹ ਜਿੰਨੀਆਂ ਵੀ ਘਟਨਾਵਾਂ ਨੇ ਕਿ ਨਪੋਲੀਅਨ ਨੂੰ ਖਤਮ ਕੀਤਾ ਜਾਵੇ, ਇਹਦੇ ਪਿੱਛੇ ਸਾਰੇ ਇਹੀ ਵਰਤਾਰੇ ਨੇ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਰਾਜ ਸੱਤਾ ਹੈ ਉਹਦੇ ਉੱਪਰ ਜਿਹੜਾ ਸਨਅਤਕਾਰੀ ਜਾਂ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਦਾ ਜਿਹੜਾ ਕਬਜ਼ਾ ਉਹ ਕੀਤਾ ਜਾ ਸਕੇ। ਸੋ ਬਹੁਤ ਸਾਰੇ ਕਹਿ ਸਕਦੇ ਹੋ ਕਿ ਮੁਹਿੰਮਾਂ ਦੇ ਵਿੱਚ ਰੁੱਝਿਆ ਹੋਇਆ ਨਪੋਲੀਅਨ ਜਦੋਂ ਇੱਕ ਸੰਯੁਕਤ ਮੁਹਿੰਮ ਦੇ ਵਿੱਚ ਕਹਿ ਸਕਦੇ ਹੋ ਕਿ ਬਹੁਤ ਦੇਸ਼ਾਂ ਦੀ ਜਿਹੜੀ ਸੰਯੁਕਤ ਮੁਹਿੰਮ ਸੀ, ਔਰ ਉਸ ਮੁਹਿੰਮ ਦੇ ਵਿੱਚ ਬਰਤਾਨੀਆ ਖਾਸ ਰੋਲ ਨਿਭਾ ਰਿਹਾ, ਔਰ ਜਿੰਨਾ ਪੈਸਾ ਹੈ ਉਹ ਇਹਨਾਂ ਵੱਡੇ ਜਿਹੜੇ ਸਨਅਤਕਾਰ ਘਰਾਣੇ ਨੇ ਇਹਨਾਂ ਦਾ ਲੱਗ ਰਿਹਾ, ਜਿਹੜੇ ਉਸ ਵੇਲੇ ਦੇ ਵੱਡੇ ਬੈਂਕਰਸ ਨੇ ਉਹਨਾਂ ਦਾ ਜਿਹੜਾ ਉਹ ਪੈਸਾ ਲੱਗ ਰਿਹਾ, ਔਰ ਉਹਦੇ ਵਿੱਚ ਜਿਹੜੇ ਨੇ ਉਹ ਜਿਹੜਾ ਹੈਗਾ ਨਪੋਲੀਅਨ ਉਹਨੂੰ ਪਿੱਛੇ ਹਟਣਾ ਪੈਂਦਾ ਹੈ। ਉਸ ਤੋਂ ਬਾਅਦ ਉਹਨੂੰ ਦੇਸ਼ ਨਿਕਾਲਾ ਦੇ ਕੇ ਐਲਬਾ ਟਾਪੂ ਦੇ ਉੱਪਰ ਜਿਹੜਾ ਉਹਨੂੰ ਉਹ ਭੇਜ ਦਿੱਤਾ ਜਾਂਦਾ ਹੈ। ਜਦੋਂ ਉੱਥੇ ਕੋਈ ਸਮਾਂ ਬਤੀਤ ਕਰਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਉਹਨੂੰ ਇੱਥੋਂ ਹੋਰ ਦੂਰ ਭੇਜਿਆ ਜਾਵੇਗਾ ਕਿ ਉਹ ਵਾਪਸ ਜਿਹੜਾ ਆਪਣੇ ਲੋਕਾਂ ਵਿੱਚ ਨਾ ਜਾ ਸਕੇ। ਸੋ ਕੁਛ ਤਰ੍ਹਾਂ ਕਹਿ ਸਕਦੇ ਹੋ ਕਿ ਕਿਸੇ ਸਾਜ਼ਿਸ਼ ਜਾਂ ਕਿਸੇ ਤਰੀਕੇ ਦੇ ਨਾਲ ਉਹ ਇੱਕ ਵਿਉਂਤ ਬਣਾਉਂਦਾ ਹੈ ਤੇ ਆਪਣੇ ਕੁਝ ਸਾਥੀਆਂ ਦੀ ਮਦਦ ਦੇ ਨਾਲ ਜਿਹੜਾ ਉਹ ਨਿਕਲ ਆਉਂਦਾ ਹੈ ਵਾਪਸ। ਜਦੋਂ ਵਾਪਸ ਆਉਂਦਾ ਹੈ ਤੇ ਇਹੀ ਲੋਕ ਜਿਹੜੇ ਹੁਣ ਫਰਾਂਸ ਦੀ ਸੱਤਾ ਦੇ ਉੱਪਰ ਕਾਬਜ਼ ਹੋ ਚੁੱਕੇ ਨੇ, ਔਰ ਜਿਹੜਿਆਂ ਦੇ ਵਿੱਚ ਹੁਣ ਬਹੁਤ ਸਾਰੀ ਜਿਹੜੀ ਆ ਉਹਨਾਂ ਲੋਕਾਂ ਦੀ ਬਹੁਤਾਤ ਹੈ ਜਿਹੜੇ ਨਪੋਲੀਅਨ ਨੂੰ ਚੰਗਾ ਨਹੀਂ ਸਮਝਦੇ, ਪਰ ਜਿਹੜੇ ਆਮ ਲੋਕ ਨੇ ਉਹਨਾਂ ਦੀਆਂ ਭਾਵਨਾ ਅਜੇ ਵੀ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ। ਉਹ ਨਪੋਲੀਅਨ ਨੂੰ ਕਤਲ ਕਰਾਉਣ ਦੇ ਵਾਸਤੇ, ਖਤਮ ਕਰਨ ਦੇ ਵਾਸਤੇ ਕੁਝ ਸੈਨਾ ਦੇ ਅਧਿਕਾਰੀ ਤੇ ਸਿਪਾਹੀ ਵੀ ਭੇਜਦੇ ਨੇ, ਪਰ ਜਦੋਂ ਨਪੋਲੀਅਨ ਦੇ ਸਾਹਮਣੇ ਜਾਂਦੇ ਨੇ ਤੇ ਹੋਈ ਵਾਰਤਾਲਾਪ ਦੇ ਵਿੱਚ ਇਹ ਗੱਲ ਖੁੱਲ ਜਾਂਦੀ ਹੈ ਕਿ ਨਪੋਲੀਅਨ ਜਿਹੜਾ ਉਹ ਆ ਜਾ ਕੇ ਫਰਾਂਸ ਦੀ ਜਿਹੜੀ ਉਹ ਭਲਾਈ ਚਾਹੁੰਦਾ ਹੈ। ਸੋ ਉਸ ਕਰਕੇ ਉਹ ਲੋਕ ਵੀ ਉਹਦੇ ਨਾਲ ਜੁੜ ਜਾਂਦੇ ਨੇ ਤੇ ਨਪੋਲੀਅਨ ਜਿਹੜਾ ਹੈ ਉਹ ਫਿਰ ਕਹਿ ਸਕਦੇ ਹੋ ਕਿ ਮੁਹਿੰਮਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੰਦਾ ਹੈ। ਇਹਨਾਂ ਮੁਹਿੰਮਾਂ ਦੇ ਦੌਰਾਨ ਉਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਰੂਸ ਦੇ ਨਾਲ ਜਿਹੜੀ ਉਹਦੀ ਜੰਗ ਹੁੰਦੀ ਹੈ ਉਹਦੇ ਵਿੱਚ ਹੁੰਦਾ ਹੈ। ਖਾਸ ਕਰਕੇ ਜੰਗ ਦੇ ਵਿੱਚ ਤਾਂ ਇੱਕ ਰੂਸੀ ਰਣਨੀਤੀ ਦੇ ਮੁਤਾਬਕ ਉਹਦੇ ਜਿਹੜੇ ਸਿਪਾਹੀ ਮਾਰੇ ਜਾਂਦੇ ਨੇ, ਵਾਪਸੀ ਦੇ ਉੱਪਰ ਟਾਈਫਾਈਡ ਬੁਖਾਰ ਜਿਹੜਾ ਉਹ ਇੰਨਾ ਜ਼ਿਆਦਾ ਫੈਲ ਜਾਂਦਾ ਹੈ ਕਿ ਉਸ ਕਹਿ ਸਕਦੇ ਹੋ ਕਿ ਬਿਮਾਰੀ ਦੇ ਨਾਲ ਜਿਹੜੀ ਉਹਦੀ ਫੌਜ ਦੇ ਵਾਸਤੇ ਜਾਨਲੇਵਾ ਸਾਬਤ ਹੁੰਦੀ ਹੈ। ਉਹਦੇ ਬਹੁਤ ਸਾਰਾ ਇੱਕ ਵੱਡਾ ਫੌਜੀ ਨੁਕਸਾਨ ਜਿਹੜਾ ਉਹਨੂੰ ਉਹ ਝੱਲਣਾ ਪੈਂਦਾ ਹੈ। ਉਹ ਜਦੋਂ ਵਾਪਸ ਆਉਂਦਾ ਹੈ ਤੇ ਵਾਪਸ ਆ ਕੇ ਵੀ ਉਹਦੀ ਇੱਕ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਲੋਕ ਨੇ, ਫਰਾਂਸ ਦੇ ਲੋਕ ਨੇ, ਇਹਨਾਂ ਨੂੰ ਆਪਣੀ ਆਤਮਾ ਦੀ ਆਵਾਜ਼ ਮੁਤਾਬਕ ਇਹਨਾਂ ਨੂੰ ਆਜ਼ਾਦ ਧਾਰਮਿਕ ਜੀਵਨ ਜਿਹੜਾ ਉਹ ਜਿਉਣ ਦਿੱਤਾ ਜਾਵੇ। ਇਸੇ ਕਰਕੇ ਉਹ ਚਰਚ ਦੇ ਨਾਲ ਵੀ ਆਪਣੇ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਸੀ ਸੰਬੰਧਾਂ ਦੇ ਵਿੱਚ ਸੁਧਾਰ ਲੈ ਕੇ ਆਉਂਦਾ ਹੈ। ਉਹ ਇਸਲਾਮ ਨੂੰ ਵੀ ਕਾਫੀ ਜ਼ਿਆਦਾ ਉਹਨਾਂ ਸਮਿਆਂ ਦੇ ਵਿੱਚ ਉਹ ਪੜ੍ਹਦਾ ਹੈ ਜਾਂ ਉਹਦੇ ਬਾਰੇ ਜਾਣਦਾ ਹੈ, ਪਰ ਉਹਦੀ ਆ ਜਾ ਕੇ ਮਨਸ਼ਾ ਇਹੀ ਹੁੰਦੀ ਹੈ, ਇੱਥੋਂ ਤੱਕ ਕਿ ਬਹੁਤ ਸਾਰੇ ਉਸ ਵੇਲੇ ਦੇ ਹਵਾਲੇ ਮਿਲਣਗੇ ਕਿ ਉਹ ਕਹਿੰਦਾ ਕਿ ਜਿਹੜੇ ਯਹੂਦੀ ਨੇ ਜਦੋਂ ਇਹ ਸ਼ਾਹੂਕਾਰਾ ਕਰਦੇ ਨੇ ਤੇ ਇਹਨਾਂ ਦੇ ਵਿੱਚ ਬਾਕੀਆਂ ਦੇ ਉੱਪਰ ਕਾਬਜ਼ ਹੋਣ ਦੀ ਪ੍ਰਵਿਰਤੀ ਹੁੰਦੀ ਹੈ, ਤੇ ਕਹਿੰਦਾ ਜੇਕਰ ਇਹਨਾਂ ਦੇ ਕੋਲੋਂ ਸ਼ਾਹੂਕਾਰਾ ਛਡਵਾ ਕੇ ਇਹਨਾਂ ਨੂੰ ਫੌਜ ਦੇ ਵਿੱਚ ਜਾਂ ਹੋਰ ਕਿੱਤਿਆਂ ਦੇ ਵਿੱਚ ਲਾਇਆ ਜਾਵੇ ਤਾਂ ਇਹਦੇ ਨਾਲ ਇਹ ਜਿਹੜੇ ਨੇ ਹੌਲੀ ਹੌਲੀ ਆਪਣੀ ਉਹ ਜਿਹੜੀ ਵਪਾਰਕ ਜਾਂ ਬਾਣੀਆਂ ਬੁੱਧ ਹੈ ਉਹਨੂੰ ਤਿਆਗ ਕੇ ਹੋ ਸਕਦਾ ਹੈ ਕਿ ਨਿੱਜਵਾਦ ਤੋਂ ਉੱਪਰ ਉੱਠ ਕੇ ਲੋਕਾਂ ਦੇ ਬਾਰੇ ਸੋਚਣਾ ਸ਼ੁਰੂ ਕਰ ਦੇਣ। ਸੋ ਉਹ ਕਾਫੀ ਜ਼ਿਆਦਾ ਇਸ ਚੀਜ਼ ਦੇ ਯਤਨ ਕਰਦਾ ਹੈ ਕਿ ਜਿਹੜੀ ਮੈਂ ਕਿਤਾਬ ਦਾ ਜ਼ਿਕਰ ਕੀਤਾ ਸੀਗਾ ਕਿੰਗ ਐਮ ਸ਼ੇਰ ਸਨ ਦੀ, ਉਹਦੇ ਵਿੱਚ ਬਕਾਇਦਾ ਉਹ ਇੱਕ ਚਿੱਠੀ ਦਾ ਜ਼ਿਕਰ ਵੀ ਕਰਦਾ ਹੈ ਕਿ ਜਿਹੜਾ ਨਪੋਲੀਅਨ ਹੈ ਉਸ ਚਿੱਠੀ ਦੇ ਜ਼ਿਕਰ ਕਰਦਾ ਹੈ ਕਿ ਮੈਂ ਚਾਹੁੰਦਾ ਕਿ ਜਿਹੜੇ ਯਹੂਦੀ ਨੇ ਇਹਨਾਂ ਦਾ ਜਿਹੜਾ ਪਿਤਰੀ ਕਾਰੋਬਾਰ ਹੈ, ਜਿਹੜਾ ਸ਼ਾਹੂਕਾਰ ਹੈ, ਇਹਦੇ ਤੋਂ ਹਟਾ ਕੇ ਇਹਨਾਂ ਨੂੰ ਹੋਰ ਕਿੱਤਿਆਂ ਦੇ ਚ ਲਾਇਆ ਜਾਵੇ ਤੇ ਇਹਨਾਂ ਨੂੰ ਲੋਕਾਂ ਦੇ ਚ ਅਸਿਮੀਲੇਟ, ਇਹਨਾਂ ਨੂੰ ਰਲਾਇਆ ਜਾਵੇ। ਸੋ ਉਸ ਤੋਂ ਬਾਅਦ ਕੀ ਕਰਦਾ ਹੈ ਕਿ ਜਿਹੜੇ ਲੋਕਾਂ ਨੇ ਬਹੁਤ ਸਾਰਾ ਇਹਨਾਂ ਸ਼ਾਹੂਕਾਰਾਂ ਦੇ ਕੋਲੋਂ ਕਰਜ਼ਾ ਲਿਆ ਹੁੰਦਾ ਹੈ, ਤਕਰੀਬਨ 1806 ਦੀ ਘਟਨਾ ਹੈ। 1806 ਦੇ ਵਿੱਚ ਉਹ ਇਹ ਜਿਹੜੇ ਸ਼ਾਹੂਕਾਰ ਨੇ ਇਹਨਾਂ ਤੋਂ ਜਿਨ੍ਹਾਂ ਲੋਕਾਂ ਨੇ ਕਰਜ਼ਾ ਲਿਆ ਹੁੰਦਾ ਉਹ ਸਾਰੇ ਲੋਕਾਂ ਦਾ ਕਰਜ਼ਾ ਮਾਫ ਕਰ ਦਿੰਦਾ ਕਿ ਤੁਹਾਨੂੰ ਕਰਜ਼ਾ ਮੋੜਨ ਦੀ ਲੋੜ ਨਹੀਂ। ਬੇਸ਼ੱਕ ਜਿਹੜੇ ਯਹੂਦੀ ਲੋਕ ਪਹਿਲਾਂ ਨਪੋਲੀਅਨ ਨੂੰ ਚੰਗਾ ਕਿਹਾ ਕਰਦੇ ਸੀ, ਹੁਣ ਬਿਲਕੁਲ ਆਪਣੇ ਕਹਿ ਸਕਦੇ ਹੋ ਕਿ ਪਿਤਰੀ ਕਾਰੋਬਾਰ ਦੇ ਉੱਪਰ ਸੱਟ ਵੱਜਣ ਦੇ ਕਰਕੇ ਉਹ ਸਾਰੇ ਖਿਲਾਫ ਉਹਦੇ ਹੋ ਜਾਂਦੇ ਨੇ ਤੇ ਇਹਨੂੰ ਇਨਫੇਮਸ ਡਿਕਰੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਔਰ ਕਿਹਾ ਜਾਂਦਾ ਕਿ ਇੱਕ ਬਦਨਾਮ ਹੁਕਮ
ਜੇਕਰ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਪੜ੍ਹੋ ਤੇ ਆਵੇਗਾ ਕਿ ਇੱਕ ਬਦਨਾਮ ਹੁਕਮ ਹੈ ਕਿ ਉਸਨੇ ਕਹਿ ਦਿੱਤਾ ਸ਼ਾਹੂਕਾਰਾਂ ਦਾ ਕਰਜ਼ਾ ਜਿਹੜਾ ਵਾਪਸ ਨਹੀਂ ਕਰਨਾ। ਹੁਣ ਜਿਹੜੇ ਤੁਸੀਂ ਵੇਖਦੇ ਹੋ ਕਿ ਜਿਹੜੀਆਂ ਛੋਟੀਆਂ ਫਾਈਨਾਂਸ ਕੰਪਨੀਆਂ ਹੁੰਦੀਆਂ ਨੇ ਉਹ ਕਿਸੇ ਵੱਡੀ ਤੋਂ ਕਰਜ਼ਾ ਲੈਂਦੀਆਂ ਨੇ, ਵੱਡੀ ਕੰਪਨੀ ਕਿਸੇ ਬੈਂਕ ਕੋਲ ਲੈਂਦੀ ਹੈ, ਬੈਂਕ ਕਿਸੇ ਹੋਰ ਬੈਂਕ ਕੋਲ ਲੈਂਦਾ। ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਸ਼ਾਹੂਕਾਰਾ ਸੀ ਇਹ ਆ ਜਾ ਕੇ ਕਿਤੇ ਨਾ ਕਿਤੇ ਵੱਡੇ ਸਨਅਤਕਾਰਾਂ ਦੇ ਨਾਲ ਜੁੜਿਆ ਹੁੰਦਾ ਸੀ। ਸੋ ਉਹਨਾਂ ਤੇ ਹੁਣ ਇੱਕ ਹੋਰ ਸੱਟ ਵੱਜਦੀ ਹੈ, ਔਰ ਉਸ ਤੋਂ ਵੱਡੀ ਸੱਟ ਇਹ ਵੱਜਦੀ ਹੈ ਕਿ ਜਿਸ ਵੇਲੇ ਜਿਹੜੀ ਅਮੀਨਸ ਦੇ ਵਿੱਚ ਜਿਹੜੀ ਇਹਨਾਂ ਦੀ ਸੰਧੀ ਹੋਈ ਸੀ ਆਪਣੀ ਬ੍ਰਿਟੇਨ ਦੇ ਨਾਲ ਨਪੋਲੀਅਨ ਦੀ, ਉਹ ਸੰਧੀ ਜਿਉਂ-ਜਿਉਂ ਟੁੱਟਦੀ ਹੈ ਤੇ ਬਰਤਾਨੀਆ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀਆਂ ਸੰਧੀ ਦੀਆਂ ਸ਼ਰਤਾਂ ਨੇ ਉਹਨਾਂ ਦੀ ਅਵੱਗਿਆ ਨਪੋਲੀਅਨ ਕਰ ਰਿਹਾ ਤੇ ਉਹਦੇ ਵਾਸਤੇ ਨਪੋਲੀਅਨ ਨੂੰ ਫਿਰ ਜੰਗ ਦੀ ਤਿਆਰੀ ਕਰਨੀ ਪੈਂਦੀ। ਉਹਨੂੰ ਪਤਾ ਹੈ ਕਿ ਇੱਕ ਜੰਗ ਹੋਵੇਗੀ। ਹੁਣ ਉਸ ਜੰਗ ਦੇ ਵਿੱਚ ਜਿਹੜੀ ਇੰਗਲੈਂਡ ਦੀ ਫੌਜ ਹੈ ਉਹਦੇ ਪਿੱਛੇ ਤਾਂ ਸਾਰਾ ਪੈਸਾ ਜਿਹੜਾ ਰੌਥਚਾਈਲਡ ਘਰਾਣੇ ਦਾ ਲੱਗ ਰਿਹਾ। ਦੂਜੇ ਪਾਸੇ ਰੌਥਚਾਈਲਡ ਘਰਾਣਾ ਇਹ ਵੀ ਚਾਹੁੰਦਾ ਹੈ ਕਿ ਜੇਕਰ ਨਪੋਲੀਅਨ ਜਿਹੜਾ ਇਹ ਵੀ ਕਿਸੇ ਤਰ੍ਹਾਂ ਦੇ ਨਾਲ ਕਰਜ਼ਾ ਲਵੇ ਤੇ ਹੋਵੇਗਾ ਕਿ ਦੋਹਾਂ ਦੀ ਜੰਗ ਦੇ ਵਿੱਚ ਜਿਹੜਾ ਜਿੱਤ ਜਾਵੇਗਾ ਉਹ ਵੀ ਉਹਨਾਂ ਦਾ ਗੁਲਾਮ ਤੇ ਜਿਹੜਾ ਹਾਰ ਜਾਵੇਗਾ ਉਹਦੀ ਜ਼ਮੀਨ ਉਹਨਾਂ ਦੀ ਹੋ ਜਾਣੀ। ਸੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੋਹਾਂ ਪੱਖਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਫਾਇਦਾ ਹੈ। ਪਰ ਨਪੋਲੀਅਨ ਇੱਥੇ ਇੱਕ ਹੋਰ ਕੰਮ ਕਰਦਾ ਹੈ। ਨਪੋਲੀਅਨ ਜਿਹੜੇ ਇਹ ਬੈਂਕਰ ਨੇ ਉਹਨਾਂ ਦੇ ਕੋਲੋਂ ਫੌਜੀ ਮੁਹਿੰਮ ਦੇ ਵਾਸਤੇ ਕਰਜ਼ਾ ਨਹੀਂ ਲੈਂਦਾ, ਬਲਕਿ ਉਹ ਜਿਹੜਾ ਫਰਾਂਸ ਨੇ ਲੂਜ਼ੀਆਨਾ ਸਟੇਟ ਜਿਹੜੀ ਅਮਰੀਕਾ ਨੂੰ ਉਹ ਵੇਚ ਦਿੰਦਾ ਹੈ, ਜਿਹੜੀ ਕਦੀ ਫਰਾਂਸ ਦੇ ਕਬਜ਼ੇ ਦੇ ਅਧੀਨ ਸੀ। ਸੋ ਜਦੋਂ ਲੂਜ਼ੀਆਨਾ ਸਟੇਟ ਅਮਰੀਕਾ ਨੂੰ ਵੇਚ ਦਿੰਦਾ ਹੈ ਤੇ ਉਹਦੇ ਪੈਸੇ ਦੇ ਨਾਲ ਉਹ ਆਪਣੀਆਂ ਫੌਜੀ ਮੁਹਿੰਮਾਂ ਨੂੰ ਜਾਰੀ ਰੱਖਦਾ ਹੈ ਤੇ ਉਸ ਫੌਜੀ ਮੁਹਿੰਮਾਂ ਦੇ ਦੌਰਾਨ ਉਹ ਕਿਸੇ ਵੀ ਰੂਪ ਦੇ ਵਿੱਚ ਕਰਜ਼ਾ ਲੈਣ ਦੇ ਖਿਲਾਫ ਹੈ। ਉਹਦੀਆਂ ਕੁਝ ਲਿਖਤਾਂ ਵੀ ਪੜ੍ਹ ਕੇ ਵੇਖ ਲਓ, ਖਾਸ ਕਰਕੇ ਨਪੋਲੀਅਨ ਕੋਡ ਬੜੇ ਮਸ਼ਹੂਰ ਨੇ। ਇਸ ਤਰ੍ਹਾਂ ਦੇ ਨਾਲ ਉਹਨੇ ਕਹਿ ਸਕਦੇ ਹੋ ਕਿ ਸਮਾਜ ਦੇ ਬਾਰੇ ਜਾਂ ਰਾਜਸੀ ਸੱਤਾ ਨੂੰ ਚਲਾਉਣ ਦੇ ਵਾਸਤੇ ਕੁਝ ਗੱਲਾਂ ਜਿਹੜੀਆਂ ਲਿਖੀਆਂ ਨੇ ਜਿਹੜੀਆਂ ਬੜੀਆਂ ਮਸ਼ਹੂਰ ਨੇ। ਪਰ ਉਹ ਕਹਿੰਦਾ ਹੈ ਕਿ ਜਦੋਂ ਇੱਕ ਦੇਸ਼ ਵੱਡੇ ਬੈਂਕਰਾਂ ਦੇ ਕੋਲੋਂ ਕਬਜ਼ਾ ਲੈ ਜਾਂਦਾ ਤੇ ਇਹ ਜਿਹੜੀ ਆਰਥਿਕ ਗੁਲਾਮੀ ਹੈ ਇਹਦੇ ਚੋਂ ਨਿਕਲਣਾ ਬੜਾ ਔਖਾ ਹੈ। ਸੋ ਹੁਣ ਉਹਦੇ ਸਾਹਮਣੇ ਦੋਵੇਂ ਗੱਲਾਂ ਨੇ, ਉਹ ਦੋਵੇਂ ਚੀਜ਼ਾਂ ਵੇਖ ਚੁੱਕਾ ਹੈ ਆਪਣੇ ਇਨਕਲਾਬ ਦੇ ਵਿੱਚ। ਉਹ ਕਹਿੰਦਾ ਹੈ ਕਿ ਧਾਰਮਿਕ ਸੱਤਾ ਦੇ ਵਿੱਚ ਜਦੋਂ ਵਿਗਾੜ ਆਵੇਗਾ, ਜਿਹੜਾ ਜਿਸ ਨੂੰ ਸਮੰਤਵਾਦ ਜਾਂ ਪੁਜਾਰੀਵਾਦ ਕਹਿ ਸਕਦੇ ਹਾਂ, ਇਹਦੇ ਤੋਂ ਮੁਕਤ ਹੋਣਾ ਬਹੁਤ ਸੌਖਾ ਹੈ। ਪਰ ਜਦੋਂ ਤੁਸੀਂ ਆਰਥਿਕ ਗੁਲਾਮੀ ਦੇ ਵਿੱਚ ਫਸ ਜਾਂਦੇ ਹੋ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ, ਕਿਉਂਕਿ ਕਰਜ਼ਾ ਕਿਸੇ ਸਟੇਟ ਦੇ ਵਾਸਤੇ ਲਾਉਣਾ ਬਹੁਤ ਔਖਾ ਹੁੰਦਾ ਹੈ। ਇਸ ਕਰਕੇ ਉਹ ਕਿਸੇ ਵੀ ਵੱਡੇ ਬੈਂਕਰ ਦੇ ਕੋਲੋਂ ਕਬਜ਼ਾ ਜਾਂ ਕਰਜ਼ਾ ਲੈਣ ਦੇ ਹੱਕ ਦੇ ਵਿੱਚ ਨਹੀਂ ਹੈਗਾ। ਉਹ ਕਹਿੰਦਾ ਕਿ ਇਸ ਕਰਜ਼ੇ ਤੋਂ ਮੁਕਤ ਹੋਣਾ ਬਹੁਤ ਔਖਾ ਹੈ। ਸੋ ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਤਕਰੀਬਨ ਮੇਰੇ ਖਿਆਲ ਦੇ ਨਾਲ ਜੂਨ 1815 ਵਾਟਰਲੂ ਦੀ ਜੰਗ। ਹੁਣ ਵਾਟਰਲੂ ਦੇ ਮੈਦਾਨੇ ਜੰਗ ਦੇ ਵਿੱਚ ਇੱਕ ਪਾਸੇ ਨਪੋਲੀਅਨ ਦੀਆਂ ਫੌਜਾਂ ਨੇ, ਇੱਕ ਪਾਸੇ ਡਿਊਕ ਆਫ ਵੈਲਿੰਗਟਨ ਹੈ। ਤੇ ਜਿਹੜਾ ਡਿਊਕ ਆਫ ਵੈਲਿੰਗਟਨ ਹੈ, ਜੇਕਰ ਤੁਸੀਂ ਉਹਦੇ ਬਾਰੇ ਸਾਰਾ ਪੜ੍ਹ ਲਓ ਤੇ ਤੁਹਾਨੂੰ ਬੜਾ ਸਪਸ਼ਟ ਨਜ਼ਰ ਆ ਜਾਵੇਗਾ ਕਿ ਉਹਦੀ ਸਾਰੀ ਫੌਜੀ ਮੁਹਿੰਮ ਦਾ ਜਿਹੜਾ ਖਰਚਾ ਹੈ ਉਹ ਨੈਥਨ ਰੌਥਚਾਈਲਡ ਜਿਹੜਾ ਕਿ ਐਮਿਸ਼ਲ ਦਾ ਬੇਟਾ ਸੀਗਾ ਰੌਥਚਾਈਲਡ ਪਰਿਵਾਰ ਦੇ ਵਿੱਚੋਂ, ਉਹ ਸਾਰਾ ਇੰਗਲੈਂਡ ਦੇ ਵਿੱਚੋਂ ਚਲਾ ਰਿਹਾ। ਤੇ ਉਹਦੇ ਵਿੱਚ ਹੁਣ ਅੱਗੇ ਜਾ ਕੇ ਕੀ ਹੁੰਦਾ ਹੈ ਕਿ ਤੁਸੀਂ ਹੁਣ ਇਹਨੂੰ ਇੱਕ ਬੜੇ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ ਕਿ ਹੁਣ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਨਪੋਲੀਅਨ ਹਾਰਦਾ ਹੈ ਤੇ ਡਿਊਕ ਆਫ ਵੈਲਿੰਗਟਨ ਜਿੱਤ ਜਾਂਦਾ ਹੈ, ਪਰ ਇਹ ਜਿਹੜੇ ਹਾਊਸ ਆਫ ਰੌਥਚਾਈਲਡ ਦਾ ਪਰਿਵਾਰ ਦੇ ਵਿੱਚੋਂ ਜਿਹੜਾ ਨੈਥਨ ਰੌਥਚਾਈਲਡ ਹੈ ਉਹਦੀ ਜਿਹੜੀ ਸੰਪਤੀ ਆ ਉਹ ਇੱਕ ਦਿਨ ਦੇ ਵਿੱਚ 20 ਗੁਣਾ ਵੱਧ ਜਾਂਦੀ ਹੈ। ਹੁਣ ਇਹ ਕਿਵੇਂ? ਉਹ ਇਹ ਹੈ ਕਿ ਸਰਕਾਰ ਤੋਂ ਵੱਧ ਸਬੰਧ ਜਾਂ ਉਸ ਡਿਊਕ ਆਫ ਵੈਲਿੰਗਟਨ ਦੀ ਫੌਜੀ ਮੁਹਿੰਮ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਰੌਥਚਾਈਲਡ ਪਰਿਵਾਰ ਰੱਖ ਰਿਹਾ, ਕਿਉਂਕਿ ਉਹਨਾਂ ਨੇ ਸਾਰਾ ਮੁਹਿੰਮ ਦੇ ਵਿੱਚ ਪੈਸਾ ਲਾਇਆ ਔਰ ਫੌਜੀ ਮੁਹਿੰਮ ਦੀਆਂ ਖਬਰਾਂ ਦੇ ਉੱਪਰ ਉਹਨਾਂ ਦਾ ਅਧਿਕਾਰ ਹੈ ਕਿ ਉਹਨਾਂ ਨੇ ਖਬਰਾਂ ਕਦੋਂ ਪ੍ਰਕਾਸ਼ਿਤ ਕਰਨੀਆਂ ਨੇ। ਸੋ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਨਪੋਲੀਅਨ ਹਾਰ ਚੁੱਕਾ ਹੈ, ਡਿਊਕ ਆਫ ਵੈਲਿੰਗਟਨ ਜਿੱਤ ਗਿਆ, ਪਰ ਇਸ ਖਬਰ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਛਪਾ ਲਿਆ ਜਾਂਦਾ ਹੈ ਔਰ ਉਹਨਾਂ ਦੇ ਜਿਹੜੇ ਆਪਣੇ ਬ੍ਰੋਕਰ ਨੇ ਉਹ ਸ਼ੇਅਰ ਵੇਚਣੇ ਸ਼ੁਰੂ ਕਰ ਦਿੰਦੇ ਨੇ। ਜਦੋਂ ਉਹ ਸ਼ੇਅਰ ਵੇਚਣੇ ਸ਼ੁਰੂ ਕਰਦੇ ਨੇ ਤੇ ਜਿਹੜੇ ਆਮ ਬ੍ਰੋਕਰ ਨੇ ਉਹ ਸਮਝਦੇ ਨੇ ਕਿ ਜਿਹੜੇ ਬ੍ਰੋਕਰਾਂ ਨੇ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ ਨੇ, ਇਹਦਾ ਮਤਲਬ ਇਹ ਹੈ ਕਿ ਇੰਗਲੈਂਡ ਜਿਹੜਾ ਉਹ ਹਾਰ ਚੁੱਕਾ ਹੈ, ਬਾਜ਼ਾਰ ਦੇ ਵਿੱਚ ਮੰਦੀ ਆ ਜਾਵੇਗੀ ਤੇ ਸਾਰੇ ਹੀ ਹੁਣ ਵੇਚਣ ਵਾਲੇ ਨੇ ਤੇ ਖਰੀਦਣ ਵਾਲਾ ਹੈ ਸਿਰਫ ਇੱਕ ਪਰਿਵਾਰ।
ਸੋ ਜਿੰਨੇ ਲੋਕ ਨੇ ਹੁਣ ਉਹ ਵੇਚਣ ਦੀ ਦੌੜ ਦੇ ਵਿੱਚ ਨੇ, ਕਿਉਂਕਿ ਉਹਨਾਂ ਨੂੰ ਇਹ ਖਬਰ ਨਹੀਂ ਪਹੁੰਚੀ ਕਿ ਇੰਗਲੈਂਡ ਜਿੱਤ ਚੁੱਕਾ ਹੈ। ਇਸ ਦਾ ਪਤਾ ਸਿਰਫ ਰੌਥਚਾਈਲਡ ਨੂੰ ਹੈ ਤੇ ਉਹ ਆਪਣੇ ਬੰਦਿਆਂ ਦੇ ਕੋਲੋਂ ਪਹਿਲਾਂ ਮਾਰਕੀਟ ਦੇ ਸ਼ੇਅਰ ਵਿਕਾਉਂਦਾ ਹੈ ਤੇ ਸਾਰੀ ਮਾਰਕੀਟ ਦੇ ਵਿੱਚ ਜਿੰਨੇ ਵੀ ਬ੍ਰੋਕਰ ਨੇ ਉਹਨਾਂ ਤੱਕ ਇਹ ਗੱਲ ਪਹੁੰਚ ਜਾਂਦੀ ਹੈ ਕਿ ਜੇਕਰ ਰੌਥਚਾਈਲਡ ਨਾਲ ਜੁੜੇ ਹੋਏ ਬ੍ਰੋਕਰ ਸ਼ੇਅਰ ਵੇਚ ਰਹੇ ਨੇ, ਇਹਦਾ ਮਤਲਬ ਇੰਗਲੈਂਡ ਹਾਰ ਚੁੱਕਾ ਹੈ। ਸੋ ਸਾਰੇ ਉਹ ਸਸਤੇ ਤੋਂ ਸਸਤੇ ਰੇਟਾਂ ਦੇ ਉੱਪਰ ਕਿ ਜਾਂਦੇ ਚੋਰ ਦੀ ਲੰਗੋਟੀ ਸਹੀ, ਉਹ ਆਪਣੇ ਸਾਰੇ ਸ਼ੇਅਰ ਜਿਹੜੇ ਨੇ ਉਹ ਵੇਚ ਦਿੰਦੇ ਨੇ। ਅਗਲੇ ਦਿਨ ਜਿਹੜੀ ਹੈ ਉਹ ਖਬਰ ਆ ਜਾਂਦੀ ਹੈ ਕਿ ਇੰਗਲੈਂਡ ਜੰਗ ਜਿੱਤ ਚੁੱਕਾ ਹੈ, ਨਪੋਲੀਅਨ ਜਿਹੜਾ ਉਹ ਹਾਰ ਚੁੱਕਾ ਹੈ ਤੇ ਉਹ ਜਿਹੜੇ ਸ਼ੇਅਰ ਨੇ ਫਿਰ ਉਹਨਾਂ ਦੇ ਰੇਟ ਜਿਹੜੇ ਨੇ ਉਹ 20 ਗੁਣਾ ਵੱਧ ਜਾਂਦੇ ਨੇ। ਸੋ ਤੁਸੀਂ ਕਹਿ ਸਕਦੇ ਹੋ ਕਿ ਹੁਣ ਤੁਹਾਨੂੰ ਇਹ ਸਮਝ ਲੱਗ ਗਈ ਹੋਵੇਗੀ ਕਿ ਵੱਡੇ ਜਿਹੜੇ ਸਨਅਤੀ ਘਰਾਣੇ ਨੇ ਉਹ ਇਹਨਾਂ ਫੌਜੀ ਮੁਹਿੰਮਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਪਣੀ ਭੂਮਿਕਾ ਨਿਭਾਉਂਦੇ ਨੇ। ਉਸ ਤੋਂ ਬਾਅਦ ਇਹ ਜਿਹੜਾ ਹੈਗਾ ਨਪੋਲੀਅਨ ਇਸ ਨੂੰ ਗ੍ਰਿਫਤਾਰ ਕਰਕੇ ਸੇਂਟ ਹੈਲੇਨਾ ਜਿਹੜਾ ਟਾਪੂ ਹੈ ਉਹਦੇ ਉੱਪਰ ਰੱਖਿਆ ਜਾਂਦਾ ਹੈ ਔਰ ਬਹੁਤ ਸਾਰੇ ਸਰੋਤਾਂ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਇਹਨੂੰ ਆਰਸੈਨਿਕ ਸੰਖਿਆ ਦਿੱਤਾ ਜਾਂਦਾ ਰਿਹਾ, ਜਿਸ ਜ਼ਹਿਰ ਦੇ ਨਾਲ ਫਿਰ ਇਹਦੀ 51 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ। ਸੋ ਇਸ ਸਾਰੇ ਵਿਖਿਆਨ ਦੇ ਵਿੱਚ ਮੇਰਾ ਤੁਹਾਨੂੰ ਦੱਸਣ ਦਾ ਮਤਲਬ ਇਹ ਸੀ ਕਿ ਜਿਹੜੇ ਵੱਡੇ ਵਪਾਰਕ ਘਰਾਣੇ ਨੇ ਉਹ ਜੰਗਾਂ ਕਿਉਂ ਕਰਵਾਉਂਦੇ ਨੇ ਤੇ ਜੰਗਾਂ ਦੇ ਵਿੱਚੋਂ ਉਹ ਆਰਥਿਕ ਲਾਭ ਕਿਵੇਂ ਕੱਢਦੇ ਨੇ ਤੇ ਉਹ ਸਨਅਤਕਾਰੀ ਦੇ ਜਿਹੜੇ ਕਾਬਜ਼ ਘਰਾਣੇ ਨੇ ਉਹ ਰਾਜਸੱਤਾ ਦੇ ਉੱਪਰ ਕਾਬਜ਼ ਹੋ ਕੇ ਲੋਕਾਂ ਨੂੰ ਆਰਥਿਕ ਗੁਲਾਮੀ ਜਿਹੜੀ ਉਹ ਕਿਸ ਤਰ੍ਹਾਂ ਕਰਵਾਉਂਦੇ ਨੇ। ਸੋ ਇੰਨਾ ਕੁ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ। ਸੋ ਕੋਸ਼ਿਸ਼ ਕਰਦਾ ਹਾਂ ਕਿ ਕੁਛ ਥੋੜ੍ਹਾ ਜਿਹਾ ਜਿਸ ਤਰ੍ਹਾਂ ਇਲੂਮੀਨੇਟੀ ਤੋਂ ਬਾਅਦ ਰੌਥਚਾਈਲਡ ਘਰਾਣਾ ਕੰਮ ਕਿਵੇਂ ਕਰਦਾ ਹੈ ਤੁਹਾਨੂੰ ਕੁਝ ਨਾ ਕੁਝ ਸਮਝ ਲੱਗੀ ਹੋਵੇਗੀ। ਬਾਕੀ ਹੋਰ ਕਿਤਾਬਾਂ ਨੇ, ਉਹਨਾਂ ਕਿਤਾਬਾਂ ਦੇ ਵਿੱਚੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।